ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਿਕਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅਸੀਂ ਸੁਣਦੇ ਆਏ ਕਿ ਹੈਲਥ ਇਜ਼ ਵੈਲਥ। ਇਹ ਕੋਡ ਸੁਣਨ ਵਿੱਚ ਬਹੁਤ ਅੱਛਾ ਲੱਗਦਾ ਹੈ, ਬਹੁਤ ਵਧੀਆ ਮਹਿਸੂਸ ਹੁੰਦਾ ਹੈ, ਲੇਕਿਨ ਅਸਲ ਦੇ ਵਿੱਚ ਇਹ ਉਦੋਂ ਤੱਕ ਇਹ ਸ਼ਬਦ ਜੋ ਸਾਰਥਕ ਨਹੀਂ ਹੋ ਸਕਦੇ ਜਦ ਤੱਕ ਅਸੀਂ ਇਹਨਾਂ ਗੱਲਾਂ 'ਤੇ ਚੱਲਦੇ ਨਹੀਂ। ਔਰ ਹੁੰਦਾ ਕੀ ਹੈ, ਅਸੀਂ ਕੰਮਕਾਜ ਕਰਦੇ ਹਾਂ, ਆਪਣੇ ਆਪ ਨੂੰ ਸਟੈਬਲਿਸ਼ ਕਰਦੇ ਹਾਂ, ਸਾਰਾ ਕੁਝ ਬਹੁਤ ਜ਼ਿੰਦਗੀ ਦੇ ਰੁਝਾਨ ਹੁੰਦੇ ਨੇ, ਲੇਕਿਨ ਸਾਰਾ ਕੁਝ ਕਰਦੇ ਕਰਦੇ ਜੋ ਅਸੀਂ ਆਪਣੀ ਹੈਲਥ ਹੈ, ਆਪਣੀ ਸਿਹਤ ਹੈ, ਇਹਦੇ ਵੱਲ ਧਿਆਨ ਬਹੁਤ ਘੱਟ ਦਿੰਦੇ ਹਾਂ। ਔਰ ਉਸ ਦਾ ਅੰਜਾਮ ਇਹ ਹੁੰਦਾ ਹੈ, ਸਾਰਾ ਕੁਝ ਕਰਦੇ ਹੋਏ ਕਿਤੇ ਨਾ ਕਿਤੇ ਸਰੀਰ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਦੀ ਕੋਈ ਰੋਗ ਲੱਗ ਜਾਂਦਾ ਹੈ, ਕਦੀ ਕੋਈ ਰੋਗ ਲੱਗ ਜਾਂਦਾ ਹੈ, ਡਾਕਟਰਾਂ ਦੇ ਕੋਲ ਜਾਂਦੇ ਹਾਂ, ਡਾਕਟਰ ਦਵਾਈਆਂ ਦਿੰਦੇ ਨੇ, ਔਰ ਹੁੰਦਾ ਕਿ ਉਹ ਦਵਾਈਆਂ ਪਰਮਾਨੈਂਟ ਸਾਡੇ ਨਾਲ ਲੱਗ ਜਾਂਦੀਆਂ ਨੇ ਜਾਂ ਉਹਨਾਂ ਦੇ ਸਾਈਡ ਇਫੈਕਟਸ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਇਹਨਾਂ ਤੋਂ ਛੁਟਕਾਰੇ ਦਾ ਸਾਨੂੰ ਕੋਈ ਵੀ ਸਾਧਨ ਨਹੀਂ ਮਿਲਦਾ। ਫਿਰ ਅਸੀਂ ਥੱਕ ਹਾਰ ਕੇ ਕੋਈ ਘਰੇਲੂ ਨੁਸਖੇ ਅਪਣਾਉਣ ਲੱਗ ਪੈਂਦੇ ਹਾਂ, ਜਿਵੇਂ ਕਿਸੇ ਨੇ ਦੱਸਿਆ ਉਹ ਅਸੀਂ ਕਰਨ ਲੱਗ ਜਾਂਦੇ ਹਾਂ, ਲੇਕਿਨ ਉਹ ਵੀ ਸਾਡੇ ਜੀਵਨ ਦੇ ਵਿੱਚ ਕੋਈ ਇੰਨਾ ਵਧੀਆ ਅਸਰ ਚੀਜ਼ਾਂ ਨਹੀਂ ਰੱਖਦੀਆਂ। ਔਰ ਅੱਜ ਸਾਡੇ ਵਿਚਕਾਰ ਜੋ ਸ਼ਖਸ ਨੇ, ਜੋ ਸਾਡੇ ਗੈਸਟ ਨੇ ਅੱਜ ਦੇ, ਸਾਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਛੁਟਕਾਰਾ ਦੇਣ ਦੇ ਲਈ, ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਕਰਾਉਣ ਦੇ ਲਈ ਸਾਡੇ ਵਿਚਕਾਰ ਆਏ ਨੇ। ਔਰ ਹਮੇਸ਼ਾ ਹੀ ਜਦੋਂ ਆਉਂਦੇ ਨੇ ਬਹੁਤ ਸੋਹਣੀਆਂ ਔਰ ਬਹੁਤ ਸੁਚਾਰੂ ਤਰੀਕੇ ਦੇ ਨਾਲ ਬਹੁਤ ਚੰਗੀਆਂ ਗੱਲਾਂ ਸਾਨੂੰ ਦੱਸ ਕੇ ਜਾਂਦੇ ਨੇ। ਆਓ ਅਸੀਂ ਇਹਨਾਂ ਦੇ ਨਾਲ ਮਿਲਦੇ ਹਾਂ। ਡਾਕਟਰ ਇਫਤਖਾਰ ਚੌਧਰੀ ਜੀ, ਜੋ ਕਿ ਹੋਮਿਓਪੈਥੀ ਔਰ ਹਰਬਲ ਦੇ ਮਾਹਰ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ। ਔਰ ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਦੱਸਿਆ ਕਿ ਦਵਾਈਆਂ ਬਹੁਤ ਹੋ ਚੁੱਕੀਆਂ, ਖਾ ਖਾ ਕੇ ਬੰਦਾ ਅੱਕ ਗਿਆ ਜੀ, ਰੋਟੀ ਘੱਟ ਖਾਂਦਾ ਹੈ, ਦਵਾਈਆਂ ਜ਼ਿਆਦਾ ਖਾਂਦਾ ਹੈ ਜੀ ਬਿਲਕੁਲ। ਅੱਜ ਬੰਦੇ ਦੀ ਇਹ ਹਾਲਤ ਹੋ ਚੁੱਕੀ ਹੈ। ਸਹੀ ਗੱਲ ਹੈ, ਦੈਟਸ ਟਰੂ। ਜਿਵੇਂ ਕਿ ਅਸੀਂ ਜਾਣਦੇ ਹਾਂ ਡਾਕਟਰ ਸਾਹਿਬ ਕਿ ਹਰ ਦੂਸਰੇ ਤੀਸਰੇ ਬੰਦੇ ਨੂੰ ਸ਼ੂਗਰ ਹੈ, ਜੀ ਜੀ, ਡਾਇਬਟੀਜ਼ ਹੈ। ਇਸ ਤੋਂ ਛੁਟਕਾਰੇ ਦਾ ਕੀ ਇਲਾਜ ਹੈ? ਕਿਵੇਂ ਇਸ ਤੋਂ ਛੁੱਟਿਆ ਜਾਵੇ? ਸਾਨੂੰ ਕੀ ਕਰਨਾ ਚਾਹੀਦਾ ਹੈ? ਦੇਖੋ, ਡਾਇਬਟੀਜ਼ ਦਾ ਜਿਹੜਾ ਸਭ ਤੋਂ ਅਕਸਰ ਲੋਕਾਂ ਨੂੰ ਜਿਹੜੀ ਡਾਇਬਟੀਜ਼ ਹੁੰਦੀ ਹੈ ਉਹਦੀ ਵਜ੍ਹਾ ਇਹ ਹੀ ਹੁੰਦੀ ਹੈ ਕਿ ਓਵਰ ਈਟਿੰਗ ਕਰਨਾ। ਜੀ, ਮਤਲਬ ਕੁਝ ਪਰਸੈਂਟੇਜ ਹੁੰਦੀ ਹੈ ਜਿਹੜਾ ਖਾਣੇ ਪੀਣੇ ਦੇ ਨਾਲ ਨਹੀਂ ਤਾਲੁਕ ਉਹਦਾ ਹੁੰਦਾ ਜੀ, ਲੇਕਿਨ ਜ਼ਿਆਦਾਤਰ ਇਹ ਹੀ ਹੁੰਦਾ ਕਿ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨਾ। ਜੀ, ਅੱਛਾ, ਖਾਣੇ ਪੀਣੇ ਤੋਂ ਇਲਾਵਾ ਫਿਰ ਤੁਸੀਂ ਅਗਰ ਐਕਸਰਸਾਈਜ਼ ਨਹੀਂ ਕਰਦੇ, ਤੁਹਾਡੀ ਮੂਵਮੈਂਟ ਨਹੀਂ ਹੈ, ਹੁਣ ਅਗਰ ਕੋਈ ਬੰਦੇ ਕੰਮ ਕਰਦੇ ਆ, ਜਾ ਕੇ ਕੁਰਸੀ ਤੇ ਬੈਠ ਜਾਂਦੇ ਆ ਸਾਰਾ ਦਿਨ, ਜੀ, ਖਾ ਕੇ ਸੌਂ ਜਾਂਦੇ ਆ, ਖਾ ਕੇ ਬੈਠ ਗਏ, ਖਾ ਕੇ ਟਰੱਕ ਤੇ ਬੈਠ ਗਏ, ਗੱਡੀ ਤੇ ਬੈਠ ਗਏ, ਜਾ ਕੇ ਘਰ ਖਾ ਕੇ ਲੰਮੇ ਪੈ ਗਏ। ਜੀ, ਇਹ ਬਹੁਤ ਬੜੀ ਪ੍ਰੋਬਲਮ ਹੈ ਜਿਹਦੇ ਨਾਲ ਕਿ ਹੋਰ ਵੀ ਡਾਇਬਟਿਕ ਤੋਂ ਇਲਾਵਾ ਮਤਲਬ ਡਾਈਜੈਸ਼ਨ ਦੇ ਟਰਬਲ, ਜੀ, ਤੁਹਾਨੂੰ ਕਬਜ਼ ਦਾ ਹੋਣਾ, ਐਸਿਡਿਟੀ ਹੋਣਾ, ਔਰ ਫਿਰ ਗੋਡਿਆਂ ਦੇ ਦਰਦ, ਜੋੜਾਂ ਦੇ ਦਰਦ, ਤੁਸੀਂ ਰੀਹ ਦਾ ਦਰਦ ਕਹਿ ਰਹੇ ਸੀਗੇ, ਰੀਹ ਦਾ ਦਰਦ ਹੋ ਜਾਣਾ। ਕਿ ਜ਼ਾਹਿਰ ਹੈ ਤੁਸੀਂ ਅਗਰ ਤੁਸੀਂ ਓਵਰਵੇਟ ਹੋ ਜਾਓਗੇ ਤਾਂ ਕੀ ਹੋਏਗਾ? ਮਤਲਬ ਹੁਣ ਕਈ ਲੋਕਾਂ ਦਾ ਜਿਹੜਾ ਸਟਰਕਚਰ ਹੀ ਐਸਾ ਹੁੰਦਾ ਹੈ, ਅਗਰ ਉਹ ਵੈਸੇ ਹੈਲਦੀ ਹੁੰਦੇ ਆ ਤੇ ਉਹ ਕੋਈ ਗੱਲ ਨਹੀਂ, ਤੁਹਾਡੇ ਮਸਲਸ ਨੇ, ਤੁਹਾਡੇ ਬੋਨਸ ਨੇ ਸਟਰੋਂਗ, ਤੁਹਾਡਾ ਵੇਟ ਜ਼ਿਆਦਾ ਹੈ। ਲੇਕਿਨ ਜਿਨ੍ਹਾਂ ਲੋਕਾਂ ਦਾ ਜਿਸਮ ਫੁੱਲਿਆ ਹੁੰਦਾ ਹੈ ਨਾ, ਉਹਨਾਂ ਦੇ ਪਾਣੀ ਬਹੁਤ ਜ਼ਿਆਦਾ ਬਾਡੀ 'ਚ ਰਿਟੇਨ ਹੁੰਦਾ ਹੈ, ਸਪੈਸ਼ਲੀ ਔਰਤਾਂ ਦੇ। ਤੁਸੀਂ ਦੇਖਿਆ ਹੋਏਗਾ ਕਿ ਫੇਸ ਵੀ ਔਰ ਬਾਡੀ ਪੂਰੀ ਫੁੱਲ ਜਾਂਦੀ ਹੈ, ਬੰਦਿਆਂ ਦੀ ਵੀ, ਤੇ ਉਹ ਵਾਟਰ ਰਿਟੈਂਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ, ਫੈਟ ਦਾ ਜ਼ਿਆਦਾ ਹੋ ਜਾਂਦਾ ਹੈ। ਮਤਲਬ ਮਸਲ ਬੋਨਸ ਹੋਣਾ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਵੇਟ ਹੀ ਘੱਟ ਕਰੋ। ਪੰਜਾਬੀ ਬੰਦੇ ਦਾ ਵੇਟ ਤੇ 100 ਪਾਉਂਡ ਦਾ ਤਾਂ ਨਹੀਂ ਹੋਏਗਾ, 110 ਪਾਉਂਡ ਦਾ, ਜੀ, ਜੀ, ਲੇਕਿਨ ਤੁਹਾਨੂੰ ਹੈਲਦੀ ਹੋਣਾ ਚਾਹੀਦਾ, ਮਤਲਬ ਸਿਹਤਮੰਦ ਹੋਣਾ ਚਾਹੀਦਾ ਤੁਹਾਨੂੰ, ਠੀਕ ਹੈ ਨਾ। ਤੇ ਅਗਰ ਤੁਹਾਨੂੰ ਡਾਇਬਟੀਜ਼ ਹੈ, ਉਹਦੇ ਬਾਰੇ ਤੁਸੀਂ ਹੁਣ ਇੱਕ ਤੇ ਡਾਇਬਟੀਜ਼ ਵਾਸਤੇ ਦਵਾਈ ਤੁਸੀਂ ਟਾਈਮ ਤੇ ਖਾਣੀ ਹੈ, ਚਾਹੇ ਤੁਸੀਂ ਐਲੋਪੈਥਿਕ ਖਾਓ ਜਾਂ ਹੋਮਿਓਪੈਥਿਕ ਹਰਬਲ ਖਾਓ, ਬਹੁਤ ਜ਼ਰੂਰੀ ਹੈ। ਜੀ, ਨੰਬਰ 1 ਹੈ ਕਿ ਤੁਸੀਂ ਖਾਣੇ ਪੀਣੇ 'ਤੇ ਕੰਟਰੋਲ ਕਰਨਾ, ਔਰ ਤੁਹਾਨੂੰ ਭੁੱਖਿਆ ਨਹੀਂ ਰਹਿਣਾ ਕਿ ਤੁਸੀਂ ਬਈ ਖਾਣਾ ਪੀਣਾ ਭੁੱਖਿਆ ਰਹੋ। ਤੁਸੀਂ ਮਿੱਠੀਆਂ ਚੀਜ਼ਾਂ ਨਾ ਖਾਓ, ਜੀ, ਚਾਵਲ ਰੋਟੀ ਵਗੈਰਾ ਦਾ ਇਸਤੇਮਾਲ ਘੱਟ ਕਰੋ। ਡਾਕਟਰ ਸਾਹਿਬ, ਅਕਸਰ ਲੋਕ ਇਹ ਗੱਲ ਸੋਚਦੇ ਆ ਕਿ ਸ਼ਾਇਦ ਸ਼ੂਗਰ ਨੂੰ ਅਸੀਂ ਕੰਟਰੋਲ ਕਰਾਂਗੇ, ਭੁੱਖੇ ਰਹਿ ਲਈਏ, ਨਹੀਂ, ਉਹਦੇ ਨਾਲ ਸ਼ੂਗਰ ਕੰਟਰੋਲ ਹੋ ਜਾਏ। ਨਹੀਂ, ਉਹ ਵੀ ਬਹੁਤ ਗਲਤ ਗੱਲ ਹੈ ਕਿ ਤੁਸੀਂ ਅਗਰ ਪੂਰਾ ਦਿਨ ਨਾ ਖਾਓ, ਭੁੱਖਿਆਂ ਰਹੋ, ਨਹੀਂ, ਤੁਸੀਂ ਟਾਈਮ ਤੇ ਖਾਣਾ। ਤੁਸੀਂ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਸਪੈਸ਼ਲੀ ਡਾਇਬਟਿਕ ਵਰਗੇ ਦੂਜੇ ਲੋਕਾਂ ਨੂੰ ਵੀ ਚਾਹੀਦਾ ਕਿ ਟਾਈਮ ਦੇ ਨਾਲ ਖਾਣੇ ਚਾਹੀਦੇ ਆ ਪੋਰਸ਼ਨ, ਠੀਕ ਹੈ। ਉਸ ਤੋਂ ਇਲਾਵਾ ਫਿਰ ਐਕਸਰਸਾਈਜ਼ ਦਾ ਕਰਨਾ ਚਾਹੀਦਾ। ਡਾਇਬਟਿਕ ਲੋਕਾਂ ਨੂੰ ਫਰੂਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਕਸਰ ਤੁਹਾਨੂੰ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਫਰੂਟ ਖਾਇਆ ਕਰੋ, ਉਹਦੇ 'ਚ ਵਿਟਾਮਿਨ ਹੁੰਦੇ ਹੈ। ਹੁਣ ਅਗਰ ਤੁਹਾਨੂੰ ਡਾਇਬਟੀਜ਼ ਹੈ, ਤੁਸੀਂ ਆਪੇ ਹੀ ਤੁਸੀਂ ਜ਼ਰਾ ਸੋਚੋ ਕਿ ਅਗਰ ਕੋਈ ਮਿੱਠੀ ਚੀਜ਼ ਹੈ ਉਹ ਤੁਹਾਡੀ ਸ਼ੂਗਰ ਨੂੰ ਵਧਾਏਗੀ, ਚਾਹੇ ਉਹ ਵਿਟਾਮਿਨ ਵੀ ਨੇ, ਲੇਕਿਨ ਅਗਰ ਤੁਹਾਨੂੰ ਸ਼ੂਗਰ ਹੈ, ਅਗਰ ਡਾਇਬਟਿਕ ਹੋ ਤੁਸੀਂ ਫਰੂਟ ਖਾ ਕੇ ਫਿਰ ਤੁਸੀਂ ਦਵਾਈਆਂ ਹੋਰ ਜ਼ਿਆਦਾ ਖਾਓ, ਇਨਸੂਲਿਨ ਦਾ ਟੀਕਾ ਜਿਹੜਾ ਉਹ ਹੋਰ ਜ਼ਿਆਦਾ ਵਧਾ ਕੇ ਲਾਓ, ਤੇ ਫਾਇਦਾ ਕੀ ਉਹਦਾ?
ਬਿਲਕੁਲ ਮਤਲਬ ਫਰੂਟ ਤੋਂ ਬਗੈਰ ਬੰਦਾ ਜ਼ਿੰਦਾ ਰਹਿ ਸਕਦਾ ਹੈ ਜੀ ਮਿੱਠੀਆਂ ਚੀਜ਼ਾਂ ਤੋਂ ਵੀ ਬਗੈਰ ਜ਼ਿੰਦਾ ਰਹਿ ਸਕਦਾ ਹੈ ਤੁਹਾਡਾ ਅਗਰ ਤੁਸੀਂ ਇਹ ਥੋੜਾ ਜਿਹਾ ਵੀ ਕਰੋ ਔਰ ਪਲੱਸ ਐਕਸਰਸਾਈਜ਼ ਜੀ ਖਾਣੇ ਪੀਣੇ ਦਾ ਟਾਈਮ ਤੇ ਦਵਾਈ ਖਾਣੇ ਦਾ ਤੇ ਤੁਸੀਂ ਕਾਫੀ ਕੰਪਲਿਕੇਸ਼ਨ ਤੋਂ ਬਚ ਜਾਂਦੇ ਹੋ ਬਲਕਿ ਡਾਕਟਰ ਸਾਹਿਬ ਕਈ ਵਾਰ ਕੁਝ ਲੋਕ ਤਾਂ ਮੈਂ ਐਸੇ ਦੇਖੇ ਆ ਚਾਹ ਦੇ ਪੁੱਛੋ ਵੀ ਕਿੰਨੀ ਮਿੱਠਾ ਪਾਣਾ ਕਹਿੰਦੇ ਨਹੀਂ ਚਾਹ ਮਿੱਠੀ ਤੋਂ ਬਿਨਾ ਪਰ ਨਾਲ ਇੱਕ ਰਸਗੁੱਲਾ ਲੈ ਲੈਂਦੇ ਆ ਹਾਂਜੀ ਹੈਨਾ ਤੇ ਉਹ ਕਹਿੰਦੇ ਬਾਹਰ ਠੀਕ ਹੈ ਨਾਲ ਮਿੱਠਾ ਪੂਰਾ ਹੋ ਗਿਆ ਔਰ ਸਾਡੇ ਪੰਜਾਬੀ ਕਲਚਰ 'ਚ ਕੀ ਹੈ ਕਿ ਸਾਡੇ ਪੰਜਾਬ ਜਿਹੜਾ ਹੈ ਜੀ ਉਹਦੇ 'ਚ ਹੈ ਕਿ ਬੰਦੇ ਨੂੰ ਮਤਲਬ ਤੁਸੀਂ ਮਹਿਮਾਨ ਗਏ ਹੋ ਨਾ ਜੀ ਤੇ ਉਹਨਾਂ ਨੂੰ ਤੁਹਾਨੂੰ ਜ਼ਬਰਦਸਤੀ ਖਵਾ ਦੇਣਾ ਡਾਇਬੈਟਿਕ ਬੰਦਾ ਵੀ ਹੈ ਨਾ ਉਹਨੂੰ ਇਹ ਬੋਤਲ ਵੀ ਪਿਆ ਦੇਣੀ ਹੈ ਜੀ ਤੇ ਡਰਿੰਕ ਵੀ ਕਰਾ ਦੇਣੀ ਹੈ ਮਿਠਾਈਆਂ ਵੀ ਉਹ ਕੋਈ ਕੁਝ ਨਹੀਂ ਹੁੰਦਾ ਤੇ ਅੱਧੇ ਘੰਟੇ ਬਾਅਦ ਪਤਾ ਲੱਗਦਾ ਬੰਦਾ ਜਿਹੜਾ ਨਾ ਉਹ ਡਾਇਬੈਟਿਕ ਵਾਲਾ ਉਹ ਸੋਫੇ ਦੇ ਮੁੰਦਾ ਹੋਏ ਹੈ ਰੀਅਲੀ ਅਕਸਰ ਜੀ ਠੀਕ ਹੈ ਨਾ ਤੇ ਉਹ ਇੰਨੀ ਸ਼ੂਗਰ ਹਾਈ ਹੋ ਜਾਂਦੀ ਹੈ ਤੇ ਇਹ ਵੀ ਮੈਂ ਰਿਕੁਐਸਟ ਕਰਾਂਗਾ ਕਿ ਪਲੀਜ਼ ਡਾਇਬੈਟਿਕ ਲੋਕਾਂ ਨੂੰ ਤੁਸੀਂ ਮਿੱਠੀਆਂ ਚੀਜ਼ਾਂ ਨਾ ਆਫਰ ਕਰਿਆ ਕਰੋ ਮਤਲਬ ਉਹਨਾਂ ਨੂੰ ਕੁਝ ਹੋਰ ਚੀਜ਼ਾਂ ਦੇ ਦਿੱਤੀਆਂ ਜਿਹੜੀਆਂ ਮਿੱਠੀਆਂ ਨਾ ਹੋਣ ਔਰ ਜ਼ਬਰਦਸਤੀ ਨਹੀਂ ਕਰਨਾ ਚਾਹੀਦਾ ਔਰ ਡਾਇਬੈਟਿਕ ਲੋਕਾਂ ਨੂੰ ਆਪਣੀ ਦਵਾਈ ਜੇਬ 'ਚ ਰੱਖਣੀ ਚਾਹੀਦੀ ਹੈ ਅਕਸਰ ਕੀ ਹੁੰਦਾ ਕਿ ਸ਼ਾਦੀ ਵਿਆਹ ਤੇ ਗਏ ਤੇ ਉਹ ਉੱਥੇ ਖਾ ਪੀ ਲਿਆ ਤੇ ਦਵਾਈ ਘਰ ਹੈ ਤੇ ਉੱਥੇ ਇੰਨੀ ਸ਼ੂਗਰ ਹਾਈ ਹੋ ਗਈ ਤੇ ਉਹ ਵੈਰੀ ਬੈਡ ਤੇ ਆਪਣੀ ਡਾਇਬੈਟਿਕ ਹੋ ਸਕਦਾ ਹੈ ਹਾਂ ਤੇ ਡਾਇਬੈਟਿਕ ਦਾ ਜਿਹੜਾ 4 ਇੰਪੋਰਟੈਂਟ ਚੀਜ਼ਾਂ ਨੇ ਇੱਕ ਫੂਡ ਤੇ ਤੁਸੀਂ ਕੰਟਰੋਲ ਕਰਨਾ ਹੈ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਪ੍ਰੋਟੀਨ ਖਾਓ ਜਿੰਨੀ ਮਰਜ਼ੀ ਖਾਓ ਨੋ ਪ੍ਰੋਬਲਮ ਜੀ ਐਕਸਰਸਾਈਜ਼ ਔਰ ਐਕਸਰਸਾਈਜ਼ ਥੋੜੀ ਬਹੁਤ ਹੀ ਕਰੋ ਵਾਕ ਵਗੈਰਾ ਕਰ ਲਓ ਜੀ ਰੋਟੀ ਜਿਹੜੀ ਹੈ ਉਹ ਟਾਈਮ ਤੇ ਖਾਓ ਠੀਕ ਹੈ ਔਰ ਦਵਾਈ ਜਿਹੜੀ ਹੈ ਉਹ ਵੀ ਟਾਈਮ ਤੇ ਖਾਓ ਠੀਕ ਹੈ ਬਕਾਇਦਗੀ ਨਾਲ ਖਾਓ ਅਗਰ ਤੁਹਾਡੀ ਅਨਕੰਟਰੋਲਡ ਸ਼ੂਗਰ ਹੈ ਨਾ ਤੇ ਉਹ ਤੁਹਾਡੇ ਡਾਇਬੈਟਿਕ ਬੰਦੇ ਦੀ ਕਿਡਨੀ ਪ੍ਰੋਬਲਮ ਹੋ ਜਾਂਦਾ ਹੈ ਜੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਤੁਹਾਡੇ ਹੋਰ ਆਰਗਨ ਜਿਹੜੇ ਨੇ ਅੰਦਰ ਉਹ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਹਾਡੇ ਲੱਤਾਂ ਪੈਰਾਂ ਸੁੰਨ ਹੋ ਜਾਂਦੀਆਂ ਨੇ ਨਰਵਸ ਡੈਮੇਜ ਹੋ ਜਾਂਦੀਆਂ ਨੇ ਔਰ ਮੈਨ ਹੈਲਥ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਫੈਕਟ ਹੁੰਦੀ ਹੈ ਕਿਉਂਕਿ ਅਗਰ ਤੁਹਾਡੀ ਸੈਕਸ਼ੁਅਲ ਲਾਈਫ ਜਿਹੜੀ ਹੈ ਉਹ ਸਹੀ ਨਹੀਂ ਹੈ ਤੇ ਮੇਰੇ ਖਿਆਲ ਜ਼ਿੰਦਗੀ ਦਾ ਤਾਂ ਕੋਈ ਮਜ਼ਾ ਨਹੀਂ ਹੈ ਬਿਲਕੁਲ ਅਗਰ ਤੁਹਾਡੀ ਸਰਕੂਲੇਸ਼ਨ ਸਹੀ ਨਹੀਂ ਹੈ ਅਗਰ ਤੁਸੀਂ ਬੈਠ ਕੇ ਔਰ ਸ਼ੂਗਰ ਦੀ ਵਜ੍ਹਾ ਨਾਲ ਬੰਦੇ ਦੇ ਸਰਕੂਲੇਸ਼ਨ ਇਫੈਕਟ ਹੁੰਦਾ ਹੈ ਔਰ ਹਰ ਅੰਗ ਨੂੰ ਚਾਹੀਦੀ ਹੁੰਦੀ ਹੈ ਸਰਕੂਲੇਸ਼ਨ ਅਗਰ ਖੂਨ ਦੀ ਸਪਲਾਈ ਜਿਹੜੀ ਹੈ ਬਾਡੀ ਪਾਰਟ ਸਹੀ ਜਾ ਰਹੀ ਹੈ ਤੇ ਉਹ ਅੰਗ ਜਿਹੜਾ ਸਹੀ ਕੰਮ ਕਰੇਗਾ ਤੇ ਮੈਨ ਹੈਲਥ ਵਾਸਤੇ ਜਿਹੜੀ ਮਤਲਬ ਬਹੁਤ ਹੀ ਇੰਪੋਰਟੈਂਟ ਅੰਗ ਹੈ ਉਹਦੇ 'ਚ ਅਗਰ ਬਲੱਡ ਸਰਕੂਲੇਸ਼ਨ ਅੱਛੀ ਹੋਏਗੀ ਲੱਤਾਂ 'ਚ ਬਲੱਡ ਸਰਕੂਲੇਸ਼ਨ ਹੋਏਗੀ ਤੁਹਾਡੇ ਲੋਅਰ ਏਰੀਏ 'ਚ ਬਲੱਡ ਸਰਕੂਲੇਸ਼ਨ ਅੱਛੀ ਹੋਏਗੀ ਤੁਹਾਡੇ ਹਾਰਮੋਨਸ ਵਗੈਰਾ ਸਹੀ ਰਹਿੰਦੇ ਔਰ ਅਗਰ ਇਹਨਾਂ ਚੀਜ਼ਾਂ ਦਾ ਪ੍ਰੋਬਲਮ ਹੈ ਤੇ ਹੋਮਿਓਪੈਥਿਕ ਹਰਬਲ ਵਿੱਚ ਮਤਲਬ ਹਰਬਸ ਨੇ ਜਿਹੜੀ ਬੂਟੀਆਂ ਨੇ ਫਾਰਮੂਲੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਠੀਕ ਕਰਦੇ ਆ ਵਿਦਆਊਟ ਐਨੀ ਸਾਈਡ ਇਫੈਕਟ ਕਿਉਂਕਿ ਡਾਕਟਰ ਕੋਲ ਤੁਸੀਂ ਜਾਓਗੇ ਉਹ ਤੁਹਾਨੂੰ ਵਿਆਗਰਾ ਸਿਆਲਸ ਟੈਂਪਰੇਰੀ ਦਵਾਈ ਲਿਖ ਦੇਗਾ ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਅਗਰ ਤੁਹਾਡੀ ਬੈਟਰੀ ਡਾਊਨ ਹੈ ਤੁਸੀਂ ਉਹ ਜੰਪਰ ਲਾ ਕੇ ਕੇਬਲ ਤੇ ਇੰਜਨ ਸਟਾਰਟ ਕਰ ਲਓ ਮਤਲਬ ਇਸ ਤੋਂ ਜ਼ਿਆਦਾ ਅੱਛੀ ਮਿਸਾਲ ਨਹੀਂ ਹੈ ਇਹ ਹੁੰਦਾ ਤੁਹਾਡੀ ਬੈਟਰੀ ਚਾਰਜ ਰਹਿਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਸਲਫ ਮਾਰਨਾ ਤੇ ਤੁਹਾਡੀ ਬੈਟਰੀ ਮਤਲਬ ਇੰਜਨ ਸਟਾਰਟ ਹੋ ਜਾਏ ਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਜ਼ਿਆਦਾ ਇਫੈਕਟਿਵ ਨੇ ਔਰ ਆਪਣੀ ਸਿਹਤ ਦਾ ਹਮੇਸ਼ਾ ਅਸੀਂ ਕਹੀਦਾ ਕਿ ਦਵਾਈਆਂ ਤੋਂ ਜਿੰਨਾ ਬਚੋ ਖਾਣੇ ਪੀਣੇ ਦਾ ਔਰ ਡਰਿੰਕ ਵੀ ਜਿਹੜੀ ਹੈ ਉਹਨੂੰ ਵੀ ਲਿਮਿਟਿਡ ਕਰੋ ਅਗਰ ਤੁਸੀਂ ਡਾਇਬੈਟਿਕ ਲੋਕਾਂ ਨੂੰ ਦਾਰੂ ਦਾ ਵੀ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ ਅਗਰ ਦਾਰੂ ਕਰਦੇ ਵੀ ਉਹਦੇ ਨਾਲ ਫਿਰ ਇੱਕ ਗੋਲੀ ਐਕਸਟਰਾ ਖਾ ਲਿਆ ਕਰੋ ਅਗਰ ਸ਼ੂਗਰ ਵੱਧਦੀ ਹੈ ਤਾਂ ਤੁਸੀਂ ਦਵਾਈ ਡੋਜ਼ ਜਿਹੜਾ ਤੁਸੀਂ ਸਹੀ ਤਰੀਕੇ ਦਾ ਲੈਣਾ ਤਾਂ ਕਿ ਤੁਹਾਡੀ ਸ਼ੂਗਰ ਕੰਟਰੋਲ 'ਚ ਹੋਵੇ ਜੀ ਬਲਕਿ ਬਿਲਕੁਲ ਸਮੇਂ-ਸਮੇਂ ਤੇ ਆਪਣੀ ਸ਼ੂਗਰ ਜ਼ਰੂਰ ਚੈੱਕ ਕਰਦੇ ਰਹਿਣ ਜੀ ਬਿਲਕੁਲ ਹਾਂਜੀ ਔਰ ਡਾਕਟਰ ਸਾਹਿਬ ਇਸੇ ਤਰ੍ਹਾਂ ਇੱਕ ਜੋ ਕੋਲੇਸਟ੍ਰੋਲ ਹੈ ਜੀ ਇਹ ਵੀ ਕਾਫੀ ਇੱਕ ਬਿਮਾਰੀ ਵੱਧਦੀ ਜਾ ਰਹੀ ਹੈ ਲੋਕਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਇਹ ਕੋਲੇਸਟ੍ਰੋਲ ਹੈ ਹਾਂਜੀ ਇਹ ਤੋਂ ਛੁਟਕਾਰਾ ਕਿਵੇਂ ਪਾਇਆ ਜਾਏ ਦੇਖੋ ਕੋਲੇਸਟ੍ਰੋਲ ਦੀ ਜਿਹੜੀ ਹਰ ਇੱਕ ਬੰਦੇ ਦਾ ਡਿਪੈਂਡ ਕਰਦਾ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈ ਕਿੰਨਾ ਪ੍ਰੋਬਲਮ ਹੈ ਅਗਰ ਉਹਨੂੰ ਕੋਈ ਹਾਰਟ ਦਾ ਪ੍ਰੋਬਲਮ ਹੈ ਜੀ ਐਕਸਕਿਊਜ਼ ਮੀ ਡਾਇਬੈਟਿਕ ਨੇ ਜੀ ਤੇ ਬਲੱਡ ਪ੍ਰੈਸ਼ਰ ਹਾਈ ਹੈ ਤੇ ਉਹਨਾਂ ਨੂੰ ਚਾਹੀਦਾ ਕਿ ਕੋਲੇਸਟ੍ਰੋਲ ਦਾ ਕੰਟਰੋਲ ਰੱਖਣ ਜੀ ਤੇ ਉਹਦੇ ਵਾਸਤੇ ਹੈ ਕਿ ਤੁਸੀਂ ਖਾਣੇ ਪੀਣੇ ਤੇ ਵੀ ਕੰਟਰੋਲ ਕਰੋ ਇਹ ਨਹੀਂ ਕਿ ਦਵਾਈਆਂ ਤੇ ਰਹੋ ਜੀ ਔਰ ਅਗਰ ਐਲੋਪੈਥਿਕ ਦੀ ਦਵਾਈ ਤੁਸੀਂ ਕੋਲੇਸਟ੍ਰੋਲ ਦੀ ਖਾਂਦੇ ਹੋ ਤਾਂ ਉਹਦੀ ਜਗ੍ਹਾ ਤੁਸੀਂ ਹੋਮਿਓਪੈਥਿਕ ਹਰਬਲ ਦੀ ਦਵਾਈ ਖਾਓ ਜੀ ਤੇ ਜਿਨ੍ਹਾਂ ਲੋਕਾਂ ਨੂੰ ਡਾਇਬੈਟਿਕ ਹੈ ਉਹਨਾਂ ਨੂੰ ਨਹੀਂ ਚਾਹੀਦਾ ਫਰੂਟ ਖਾਣਾ ਲੇਕਿਨ ਜਿਹੜੇ ਡਾਇਬੈਟਿਕ ਨਹੀਂ ਉਹਨਾਂ ਨੂੰ ਸਵੇਰ ਉੱਠ ਕੇ ਇੱਕ ਗਲਾਸ ਪਾਣੀ ਪੀਣ ਇੱਕ ਐਪਲ ਖਾਣ ਕਰਨ ਜੀ ਤੇ ਉਹਦੇ ਨਾਲ ਤੁਹਾਡਾ ਕੋਲੇਸਟ੍ਰੋਲ ਕਾਫੀ ਹੱਦ ਤੱਕ ਕੰਟਰੋਲ 'ਚ ਰਹਿੰਦਾ ਜੀ ਹਾਂਜੀ ਔਰ ਜਿਵੇਂ ਤੁਸੀਂ ਡਾਕਟਰ ਸਾਹਿਬ ਕਹਿ ਰਹੇ ਹੋ ਕਿ ਇਹਦੇ ਨਾਲ ਜੋ ਹੈ ਇੱਕ ਤੁਹਾਡੀਆਂ ਦਵਾਈਆਂ ਵੀ ਛੁੱਟ ਸਕਦੀਆਂ ਨੇ ਸਾਰਾ ਕੁਝ ਠੀਕ ਹੋ ਸਕਦਾ ਹੈ ਇਹ ਸੁਣਨ ਵਿੱਚ ਥੋੜਾ ਡਾਕਟਰ ਦੇ ਮੂੰਹੋਂ ਗੱਲ ਵਧੀਆ ਨਹੀਂ ਲੱਗਦੀ ਕਿਉਂਕਿ ਅਸੀਂ ਜਿੰਨੇ ਡਾਕਟਰ ਅਜੇ ਤੱਕ ਦੇਖੇ ਹਾਂਜੀ ਉਹ ਤਾਂ ਚਾਹੁੰਦੇ ਹੁੰਦੇ ਕਿ ਦਵਾਈਆਂ ਤੇ ਬੰਦਾ ਲੱਗਾ ਰਵੇ
ਤੇ ਸਾਡਾ ਗਾਹਕ ਬਣਿਆ ਰਹੇ। ਪਰ ਤੁਸੀਂ ਕਹਿ ਰਹੇ ਹੋ ਕਿ ਨਹੀਂ, ਐਸੇ ਕੰਮ ਕਰੋ ਜਿਨ੍ਹਾਂ ਤੁਹਾਡੀਆਂ ਦਵਾਈਆਂ ਛੁੱਟ ਜਾਣ। ਬਿਲਕੁਲ ਜੀ, ਕਿਉਂਕਿ ਸਾਡਾ ਇਹ ਨਹੀਂ ਹੁੰਦਾ ਕਿ ਇੱਕੋ ਹੀ ਪੇਸ਼ੈਂਟ ਆਂਦਾ ਰਹੇ, ਸਾਡਾ ਨਹੀਂ ਹੈ। ਮਤਲਬ ਅਸੀਂ ਚਾਹੁੰਦੇ ਹਾਂ ਕਿ ਬੰਦੇ ਉਹਨਾਂ ਨੂੰ ਦੱਸਿਆ ਜਾਏ ਕਿ ਕਿਸ ਤਰ੍ਹਾਂ ਉਹ ਆਪਣੇ ਲਾਈਫ ਸਟਾਈਲ ਔਰ ਖਾਣੇ ਪੀਣੇ ਦਾ ਚੇਂਜ ਕਰਕੇ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਨੇ। ਔਰ ਐਲੋਪੈਥਿਕ ਦੀਆਂ ਦਵਾਈਆਂ ਛੱਡ ਕੇ ਹੋਮਿਓਪੈਥਿਕ ਹਰਬਲ ਦਵਾਈਆਂ ਵੀ ਜਿਹੜੀਆਂ ਨੇ ਉਹ ਵੀ ਤਾਂ ਤੱਕ ਖਾਓ ਜਦੋਂ ਤੱਕ ਤੁਸੀਂ ਸਹੀ ਹੋਵੋ। ਉਹਦੇ ਬਾਅਦ ਫਿਰ ਸਪਲੀਮੈਂਟ ਹੁੰਦੇ ਆ, ਫਾਰਮੂਲਾ ਮੈਨ ਫਾਰਮੂਲਾ ਹੋ ਗਿਆ ਜਾਂ ਔਰਤਾਂ ਦੇ ਫਾਰਮੂਲੇ ਹੋ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਉਹ ਇਸਤੇਮਾਲ ਕਰਦੇ ਰਹਿਣ ਤੇ ਉਹ ਉਹਨਾਂ ਦੀ ਸਿਹਤ ਠੀਕ ਰਹੇਗੀ। ਲੇਕਿਨ ਇਹ ਕਿ ਦਵਾਈਆਂ ਤੋਂ ਬਚਣਾ ਚਾਹੀਦਾ, ਬਹੁਤ ਜ਼ਰੂਰੀ ਹੈ। ਔਰ ਐਲੋਪੈਥਿਕ ਦੀਆਂ ਦਵਾਈਆਂ ਤੇ ਐਸੀਆਂ ਨੇ ਕਿ ਐਮਰਜੈਂਸੀ ਵਾਸਤੇ ਤੇ ਠੀਕ ਨੇ, ਉਹ ਖਾ ਲਓ, ਲੇਕਿਨ ਅਗਰ ਉਹਨਾਂ ਨੂੰ ਲੌਂਗ ਟਾਈਮ ਤੁਸੀਂ ਖਾਂਦੇ ਹੋ ਤੇ ਤੁਹਾਡੇ ਇੰਨੇ ਸਾਈਡ ਇਫੈਕਟ ਹੁੰਦੇ ਆ। ਔਰ ਮੈਂ ਦੇਖਿਆ ਕਿਤਨੇ ਪੇਸ਼ੈਂਟ ਨੇ ਜਿਹੜੇ 5 ਸਾਲ ਬਾਅਦ ਉਹ ਆਪਣਾ ਪਹਿਲਾ ਪ੍ਰੋਬਲਮ ਭੁੱਲ ਗਏ ਨੇ ਤੇ ਉਹ ਜਿਹੜੇ ਸਾਈਡ ਇਫੈਕਟ ਹੋਏ ਨੇ ਉਹਨਾਂ ਦਾ ਇਲਾਜ ਕਰ ਰਹੇ ਨੇ। ਜੀ, ਸਮਝ ਗਏ ਨਾ, ਇੰਨੀਆਂ ਦਵਾਈਆਂ, ਅਗਲੀ ਬਿਮਾਰੀ ਨੇ ਜਨਮ ਲੈ ਲਿਆ। ਹਾਂ ਜੀ, ਬਿਲਕੁਲ। ਤੇ ਕੋਸ਼ਿਸ਼ ਕਰੋ ਆਪਣੀ ਹੈਲਥ ਦਾ। ਕੰਮ ਤੇ ਇੱਥੇ ਮੁੱਕਦੇ ਨਹੀਂ, ਅਮਰੀਕਾ 24 ਘੰਟੇ ਵੀ ਬੰਦਾ ਕੰਮ ਕਰਦਾ ਰਹੇ, ਫੋਨ ਆਉਂਦੇ ਰਹਿਣ ਦੇ, ਕੰਮ ਹੁੰਦੇ ਰਹਿਣ ਦੇ, ਲੇਕਿਨ ਤੁਸੀਂ ਆਪਣੇ ਵਾਸਤੇ ਟਾਈਮ ਕੱਢਣਾ, ਆਪਣੇ ਆਪ ਨੂੰ ਰੈਸਟ ਵੀ ਦੇਣਾ। 1-2 ਦਿਨ ਜਿਹੜਾ ਛੁੱਟੀ, ਜੀ 1 ਦਿਨ ਛੁੱਟੀ ਕਰੀ ਦੀ ਹੈ, ਛੁੱਟੀ ਕਰੀ ਇੰਨੀ ਗਰੋਸਰੀ ਤੇ ਇੰਨੇ ਮਤਲਬ ਲਾਂਡਰੀਆਂ ਤੇ ਇਹ ਤੇ ਘਰ ਦੀਆਂ ਸਫਾਈਆਂ, ਜ਼ਿਆਦਾ ਕੰਮ ਹੋ ਜਾਂਦਾ ਛੁੱਟੀ ਵਾਲੇ ਦਿਨ, ਬਲਕਿ ਛੁੱਟੀ ਵਾਲੇ ਦਿਨ ਜ਼ਿਆਦਾ ਹੁੰਦਾ। ਤੇ 1 ਦਿਨ ਆਪਣੇ ਵਾਸਤੇ ਵੀ, ਆਪਣੀ ਵਾਈਫ, ਆਪਣੀ ਲਾਈਫ ਵਾਸਤੇ ਵੀ ਨਾ, ਆਪਣੇ ਹਸਬੈਂਡ ਵਾਈਫ ਦੀ ਜਿਹੜੇ ਰਿਲੇਸ਼ਨਸ਼ਿਪ ਨੇ ਉਹਦੇ ਵਾਸਤੇ ਵੀ ਤੁਸੀਂ ਕੁਝ ਟਾਈਮ ਕੱਢਿਆ ਕਰੋ। ਔਰ ਅਗਰ ਕੋਈ ਪ੍ਰੋਬਲਮ ਹੈ ਤੇ ਉਹਦਾ ਇਲਾਜ ਹੋਣਾ ਚਾਹੀਦਾ। ਔਰਤਾਂ ਦਾ ਵੀ ਅਕਸਰ ਕੀ ਹੁੰਦਾ ਕਿ ਉਹ ਆਪਣੇ ਪ੍ਰੋਬਲਮ ਨੂੰ ਡਿਸਕਸ ਨਹੀਂ ਕਰਦੇ, ਦੱਸਦੇ ਨਹੀਂ ਹੈ ਤੇ ਅੰਦਰ ਹੀ ਅੰਦਰ ਉਹ, ਜਿਸ ਤਰ੍ਹਾਂ ਤੁਸੀਂ ਦੱਸਿਆ, ਜਿਸ ਤਰ੍ਹਾਂ ਪੁੱਛ ਰਹੇ ਸੀ ਤੁਸੀਂ, ਲਿਕੋਰੀਆ ਦਾ ਪ੍ਰੋਬਲਮ ਹੁੰਦਾ ਹੈ, ਪੀਰੀਅਡ ਜਿਹੜੇ ਉਹ ਇਰੈਗੂਲਰ ਹੁੰਦੇ ਹੈ। ਅਗਰ ਮੈਚਿਓਰ ਔਰਤਾਂ ਨੇ ਆਫਟਰ 40 ਉਹਨਾਂ ਨੂੰ ਹਾਰਮੋਨ ਦੀ ਕਮੀ ਹੋ ਜਾਂਦੀ ਹੈ, ਫਿਰ ਉਹਨਾਂ ਦਾ ਹਸਬੈਂਡ ਵਾਈਫ ਦੇ ਰਿਲੇਸ਼ਨ ਕਰਨੇ ਦਾ ਵੀ ਦਿਲ ਨਹੀਂ ਕਰਦਾ, ਗੁੱਸਾ ਬਹੁਤ ਆਉਂਦਾ ਹੈ, ਘਬਰਾਹਟ ਹੁੰਦੀ ਹੈ, ਸਿਰ 'ਚ ਦਰਦ, ਪੂਰੀ ਬਾਡੀ 'ਚ ਦਰਦ, ਡਿਪਰੈਸ਼ਨ, ਐਂਗਜ਼ਾਇਟੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਨੇ। ਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ ਹੀ ਜਿਹੜਾ ਇਲਾਜ ਬਹੁਤ ਵਧੀਆ, ਨਾ ਕਿ ਐਲੋਪੈਥਿਕ ਦੀਆਂ ਦਵਾਈਆਂ ਖਾ ਕੇ ਔਰ ਸਾਈਡ ਇਫੈਕਟ ਕਰੋ। ਔਰ ਇਹਨਾਂ ਚੀਜ਼ਾਂ ਦਾ ਜਿਹੜਾ ਨਾ ਆਪਣੇ ਹਸਬੈਂਡ ਵਾਈਫ ਦੇ, ਅਕਸਰ ਮੈਂ ਗੱਲ ਕਰਨ ਵਾਲੇ ਇੰਨੀ ਗੱਲ ਨਹੀਂ ਹੋ ਪਾਉਂਦੀ ਕਿ ਖੁੱਲ੍ਹ ਕੇ, ਲੇਕਿਨ ਇਹ ਕਿ ਤੁਸੀਂ ਆਪਣਾ ਟੇਕ ਕੇਅਰ ਜ਼ਰੂਰ ਕਰੋ, ਆਪਣੇ ਹਸਬੈਂਡ ਵਾਈਫ ਦਾ ਟਾਈਮ ਕੱਢੋ, 1 ਦਿਨ ਆਪਣੇ ਵਾਸਤੇ ਕੱਢੋ ਤਾਂ ਕਿ ਤੁਸੀਂ ਲਾਈਫ ਇੰਜੋਏ ਕਰੋ। ਔਰ ਅਗਰ ਕੋਈ ਪ੍ਰੋਬਲਮ ਹੈ ਤੇ ਜ਼ਰੂਰ ਕਾਲ ਕਰਕੇ ਉਹਦੀ ਮੈਡੀਸਨ ਲਓ। ਜੀ ਬਿਲਕੁਲ ਡਾਕਟਰ ਸਾਹਿਬ, ਆਪਣੇ ਲਈ ਵੀ ਟਾਈਮ ਕੱਢਣਾ ਚਾਹੀਦਾ ਹੈ। ਔਰ ਗੱਲਾਂ ਦਾ ਸਿਲਸਿਲਾ ਡਾਕਟਰ ਸਾਹਿਬ ਜਾਰੀ ਰਹੇਗਾ। ਟਾਈਮ ਹੋ ਚੱਲਿਆ ਹੈ ਇੱਕ ਬ੍ਰੇਕ ਦਾ, ਔਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਸਾਡੇ ਨਾਲ ਬਣੇ ਰਹੋ ਔਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਹੈਲਥ ਦੀ ਗੱਲ ਕਰ ਰਹੇ ਹਾਂ, ਸਿਹਤ ਦੀ ਗੱਲ ਕਰ ਰਹੇ ਹਾਂ, ਚੰਗੀ ਸਿਹਤ ਦੀ ਉਮੀਦ ਕਰ ਰਹੇ ਹਾਂ ਕਿ ਹਰ ਇੱਕ ਦੀ ਚੰਗੀ ਸਿਹਤ ਬਣੀ ਰਹੇ। ਔਰ ਸਾਡੇ ਨਾਲ ਨੇ ਡਾਕਟਰ ਇਫਤਖਾਰ ਚੌਧਰੀ ਜੀ, ਜੋ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਔਰ ਇਹਨਾਂ ਦੀ ਇੱਕ ਨਵੀਂ ਲੋਕੇਸ਼ਨ ਵੀ ਹੈ, ਜੋ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕਲੀਨਿਕ ਸ਼ੁਰੂ ਕੀਤਾ ਹੈ। 112-04 101 ਐਵਨਿਊ, ਰਿਚਮੰਡ ਹਿੱਲ, ਨਿਊਯਾਰਕ ਵਿਖੇ ਇਹਨਾਂ ਦੀ ਦੂਸਰੀ ਲੋਕੇਸ਼ਨ ਹੈ ਜੋ ਖੁੱਲ੍ਹ ਚੁੱਕੀ ਹੈ। ਉੱਥੇ ਵੀ ਤੁਸੀਂ ਜਾ ਕੇ ਆਪਣੇ ਇਲਾਜ ਕਰਵਾ ਸਕਦੇ ਹੋ, ਦਵਾਈਆਂ ਲੈ ਸਕਦੇ ਹੋ। ਔਰ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਲਾਈਵ ਪ੍ਰੋਗਰਾਮ ਹੈ, ਇਹਦੇ ਵਿੱਚ ਕਾਲ ਕਰਕੇ ਵੀ ਤੁਸੀਂ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰ ਸਕਦੇ ਹੋ। ਕਾਲ ਕਰਨ ਲਈ ਨੰਬਰ ਹੈ 7187865221। ਜੀ ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹਾਂਜੀ। ਔਰ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਗੱਲ ਕੀਤੀ ਸ਼ੂਗਰ ਦੀ, ਕੋਲੈਸਟਰੋਲ ਦੀ, ਔਰ ਤੁਸੀਂ ਲਿਕੋਰੀਆ ਬਾਰੇ ਵੀ ਦੱਸਿਆ, ਲੇਡੀਜ਼ ਦੀ ਜੋ ਪ੍ਰੋਬਲਮ ਹੁੰਦੀ ਹੈ। ਔਰ ਡਾਕਟਰ ਸਾਹਿਬ, ਇੱਕ ਗੱਲ ਹੈ ਕਿ ਜੋ ਇੱਕ ਹੋਰ ਪ੍ਰੋਬਲਮ ਬੜੀ ਸੁਣਨ ਚ ਆਉਂਦੀ, ਜਿਹਨੂੰ ਗਠੀਆ ਅਸੀਂ ਕਹਿ ਦਿੰਦੇ ਹਾਂ, ਅਰਥਰਾਈਟਿਸ ਕਹਿ ਦਿੰਦੇ ਹਾਂ, ਜੋੜਾਂ ਦਾ ਦਰਦ ਕਹਿ ਦਿੰਦੇ ਹਾਂ, ਇਹਦੇ ਤੋਂ ਬਚਣ ਲਈ ਕੀ ਕੀਤਾ ਜਾਏ? ਜੀ ਬਿਲਕੁਲ, ਇਹਦਾ ਬਹੁਤ ਅੱਛਾ ਇਲਾਜ ਹੈ। ਔਰ ਅਰਥਰਾਈਟਿਸ ਜਿਹੜਾ ਹੈ ਉਹ ਤੁਹਾਡੇ ਜੋੜਾਂ ਵਿੱਚ ਜਿਹੜੀ ਹੈ, ਪੰਜਾਬੀ ਸੋਜਾ ਕਹਿੰਦੇ ਨੇ, ਸਵੈਲਿੰਗ, ਇਨਫਲੇਮੇਸ਼ਨ ਇੰਗਲਿਸ਼ 'ਚ ਕਹਿੰਦੇ ਨੇ। ਅਗਰ ਜੋੜਾਂ ਵੀ ਤੁਹਾਡੀ ਇਨਫਲੇਮੇਸ਼ਨ ਹੋ ਜਾਂਦੀ ਹੈ ਤੇ ਉਹਨੂੰ ਅਰਥਰਾਈਟਿਸ ਕਹਿੰਦੇ ਨੇ। ਅਗਰ ਤੁਹਾਨੂੰ ਯੂਰਿਕ ਐਸਿਡ ਬਹੁਤ ਬਾਡੀ 'ਚ ਵੱਧ ਜਾਂਦਾ ਤੇ ਉਹਨੂੰ ਗਾਊਟ ਕਹਿੰਦੇ ਨੇ, ਜਿਹੜਾ ਗਠੀਆ। ਔਰ ਅਗਰ ਇਨਫਲੇਮੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਪੂਰੀ ਤੁਹਾਡੀ ਬਾਡੀ 'ਚ, ਤੁਹਾਡੇ ਸਟਮਕ 'ਚ, ਤੁਹਾਡੇ ਮਤਲਬ ਲੈਗਸ ਦੇ ਮਸਲ ਦੇ ਅੰਦਰ ਵੀ ਹੁੰਦੀ ਹੈ, ਬੈਕ 'ਚ ਵੀ ਸਾਰੇ, ਤੇ ਉਹਦਾ ਡਾਕਟਰਾਂ ਕੋਲ ਜਿਹੜਾ ਇਲਾਜ ਹੈ ਉਹ ਤੇ ਜ਼ਿਆਦਾਤਰ ਪੇਨ ਕਿਲਰ ਹੁੰਦਾ ਹੈ ਕਿ ਤੁਹਾਨੂੰ ਪੇਨ ਕਿਲਰ ਹੈ, ਗੋਲੀ ਖਾ ਲਓ, ਦਰਦ ਠੀਕ ਹੈ, ਦੂਜੇ ਦਿਨ ਫਿਰ ਖਾਈ ਜਾਓ। ਉਹ ਖਾ ਕੇ ਗੋਲੀਆਂ ਹੋਰ ਲੀਵਰ ਖਰਾਬ ਕਰੋ। ਉਹਦਾ ਹੱਲ ਜਿਹੜਾ ਹੁੰਦਾ ਹੈ ਨਾ, ਉਹਦਾ
ਪੂਰੀ ਤਰੀਕੇ ਦੇ ਨਾਲ ਜਿਹੜਾ ਅਸੀਂ ਇਲਾਜ ਕਰਨੇ ਆ ਉਹ ਦੇਖਦੇ ਆ ਕਿ ਹਰ ਬੰਦੇ ਦਾ ਮਤਲਬ ਕੀ ਉਹਦਾ ਬਾਡੀ ਦਾ weight ਹੈ, ਉਹਦੇ ਹੋਰ ਕੀ ਪ੍ਰੋਬਲਮ ਨੇ, ਕੋਈ ਡਾਈਜੈਸ਼ਨ ਟਰਬਲ ਹੈ ਜਾਂ ਕਿਡਨੀ ਪ੍ਰੋਬਲਮਸ ਨੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਕੇ ਤੇ ਫਿਰ ਉਹਦੇ ਹਿਸਾਬ ਨਾਲ ਉਹਨਾਂ ਨੂੰ ਇਲਾਜ ਰეკਮੈਂਡ ਕੀਤਾ ਜਾਂਦਾ ਤੇ ਜਿਹੜਾ ਸਿੰਪਲ ਅਰਥਰਾਈਟਿਸ ਹੈ ਉਹਦੇ ਵਾਸਤੇ ਅਸੀਂ ਜੁਆਇੰਟ ਫਾਰਮੂਲਾ ਰეკਮੈਂਡ ਕਰਨੇ ਆ। ਥੈਰਾ ਆਇਲ ਹੈ ਸਾਡਾ ਬਹੁਤ ਜਿਹੜੇ ਲੋਕ ਯੂਜ਼ ਕਰ ਰਹੇ ਨੇ, ਮਾਲਿਸ਼ ਕਰਨ ਵਾਸਤੇ ਹੁੰਦਾ, ਉਹਦੇ ਨਾਲ ਦਰਦ ਦਾ ਆਰਾਮ ਆਉਂਦਾ ਫੌਰਨ ਤੇ ਤੁਹਾਨੂੰ ਪੇਨ ਕਿਲਰ ਖਾਣੇ ਤੋਂ ਬਚ ਜਾਂਦਾ। ਤੇ ਜਿਹੜੇ ਲੋਕਾਂ ਨੂੰ ਇਹ ਪ੍ਰੋਬਲਮ ਹੈ ਨੇ, ਠੀਕ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਡਾਕਟਰਾਂ ਦੀਆਂ ਦਵਾਈਆਂ ਤੋਂ ਜਿੰਨਾ ਬਚ ਸਕਦੇ ਹੋ ਬਚੋ। ਔਰ ਉਹਦਾ ਤਰੀਕਾ ਤਾਂ ਹੀ ਹੋ ਸਕਦਾ ਹੈ ਕਿ ਅਗਰ ਤੁਸੀਂ ਆਪਣਾ ਦੇਸੀ ਇਲਾਜ ਨਾਲ ਸ਼ੁਰੂ ਕਰਾਓ ਤੇ ਉਹਦੇ ਆਸਤੇ ਫਿਰ ਜਿਹੜੀਆਂ ਡਾਕਟਰ ਦੀਆਂ ਦਵਾਈਆਂ ਨੇ ਉਹ ਛੁੱਟ ਸਕਦੀਆਂ ਨੇ ਜੀ। ਔਰ ਜਿਹੜਾ ਅਰਥਰਾਈਟਿਸ ਦਾ ਪ੍ਰੋਬਲਮ ਹੈ, ਅਕਸਰ ਲੋਕ ਕਾਫੀ ਵੇਟ ਕਰਦੇ ਰਹਿੰਦੇ ਨੇ ਕਿ ਠੀਕ ਹੋ ਜਾਏਗਾ, ਉਹ ਸਾਲਾਂ ਸਾਲ ਪ੍ਰੋਬਲਮ ਵੱਧ ਜਾਂਦਾ ਔਰ ਕਈ ਦਫਾ ਤਾਂ ਇੰਨਾ ਵੀ ਵੱਧ ਜਾਂਦਾ ਕਿ ਉਹ ਗੋਡੇ ਚੇਂਜ ਕਰਨੇ ਪੈਂਦੇ ਨੇ ਡਾਕਟਰਾਂ ਨੂੰ, ਕਿਉਂਕਿ ਜਿਹੜੀ ਤੁਹਾਡੀ ਅੰਦਰ ਦੀ ਨਰਮ ਹੱਡੀ ਹੈ ਉਹ ਕੱਸ ਜਾਂਦੀ ਹੈ ਤੇ ਉਹ ਤੁਸੀਂ ਫਿਰ ਇੰਨਾ ਵੇਟ ਨਾ ਕਰਿਆ ਕਰੋ। ਥੋੜਾ ਬਹੁਤ ਵੀ ਪ੍ਰੋਬਲਮ ਸਟਾਰਟ ਹੋਵੇ ਤੇ ਉਹਨੂੰ ਟਾਈਮ ਤੇ ਉਹਦਾ ਇਲਾਜ ਹੋ ਜਾਏ ਤੇ ਜਲਦੀ ਇਲਾਜ ਹੋ ਜਾਂਦਾ ਹੈ ਔਰ ਬੰਦਾ ਠੀਕ ਹੋ ਜਾਂਦਾ ਹੈ। ਤੇ ਜਿਨ੍ਹਾਂ ਲੋਕਾਂ ਨੂੰ ਅਰਥਰਾਈਟਿਸ ਹੈ ਉਹਨਾਂ ਨੂੰ ਆਪਣਾ weight ਦਾ ਵੀ ਕੰਟਰੋਲ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਜ਼ਿਆਦਾ weight ਹੈ। ਔਰ ਜਿਨ੍ਹਾਂ ਨੂੰ ਗਾਊਟ ਹੁੰਦਾ ਹੈ ਉਹਨਾਂ ਵਾਸਤੇ ਉਹਨਾਂ ਨੂੰ ਪਾਣੀ ਦਾ ਇਸਤੇਮਾਲ, ਪਾਣੀ ਤਾਂ ਹਰ ਇੱਕ ਨੂੰ ਹੀ ਜ਼ਿਆਦਾ ਪੀਣਾ ਚਾਹੀਦਾ ਜੀ। ਔਰ ਦੇਖਿਆ ਗਿਆ ਕਿ ਬਹੁਤ ਘੱਟ ਪਾਣੀ ਪੀਤਾ ਜਾਂਦਾ ਜੀ। ਯੂਰਿਨ ਕਰਨਾ ਜੀ, ਗੱਡੀ ਚਲਾਉਣੀ ਹੈ, ਟਰੱਕ ਚਲਾਉਣਾ ਹੈ ਜੀ, ਯੂਰਿਨ ਔਰਤਾਂ ਕਹਿੰਦੀਆਂ ਜੀ ਜਾਬ ਤੇ ਜਾਂਦੇ ਆ ਉੱਥੇ ਬਾਥਰੂਮ ਨਹੀਂ ਅਸੀਂ ਯੂਜ਼ ਕਰ ਸਕਦੇ ਜ਼ਿਆਦਾ ਤੇ ਅਸੀਂ ਪਾਣੀ ਨਹੀਂ ਪੀਂਦੇ। ਪਾਣੀ ਨਾ ਪੀ ਕੇ ਜੀ ਮੈਂ ਤੁਹਾਨੂੰ ਜਲਦੀ ਦੱਸ ਦਿੰਦਾ ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਸਿਰਫ ਤੁਸੀਂ ਪਾਣੀ ਪੀ ਕੇ ਠੀਕ ਕਰ ਸਕਦੇ ਹੋ ਔਰ ਪਾਣੀ ਨਾ ਪੀ ਕੇ ਕਰਦੇ ਹੋ ਜੀ। ਔਰਤਾਂ ਵਿੱਚ ਖਾਸ ਤੌਰ 'ਤੇ, ਮਰਦਾਂ 'ਚ ਵੀ ਕਿਡਨੀ ਸਟੋਨ ਜੀ, ਤੁਹਾਡੇ ਕਿਡਨੀ ਇਨਫੈਕਸ਼ਨ ਜੀ, ਉਸ ਤੋਂ ਇਲਾਵਾ ਤੁਹਾਨੂੰ ਕੀ ਕਹਿੰਦੇ ਨੇ ਕਿ ਸਕਿਨ ਡਰਾਈ ਹੋ ਜਾਂਦੀ ਹੈ ਅਗਰ ਤੁਸੀਂ ਪਾਣੀ ਨਹੀਂ ਪੀਂਦੇ ਜੀ। ਔਰ ਤੇ ਪਾਣੀ ਨਾ ਪੀ ਕੇ ਅਗਰ ਤੁਹਾਨੂੰ ਕਿਡਨੀ ਇਨਫੈਕਸ਼ਨ ਹੋ ਜਾਂਦਾ ਹੈ, ਯੂਰੀਨਰੀ ਇਨਫੈਕਸ਼ਨ ਹੋ ਜਾਂਦੇ ਨੇ ਤੇ ਡਾਕਟਰ ਤੁਹਾਨੂੰ ਐਂਟੀਬਾਇਓਟਿਕ ਦਿੰਦੇ ਹੈ ਜੀ। ਔਰ ਮੈਂ ਦੇਖਿਆ ਕਿਤਨੇ ਪੇਸ਼ੈਂਟ ਨੇ ਜਿਹੜੇ ਕਿ ਬਾਰ-ਬਾਰ ਡਾਕਟਰਾਂ ਕੋਲ ਜਾ ਕੇ ਇਨਫੈਕਸ਼ਨ ਹੋ ਜਾਂਦਾ ਹੈ, ਬਾਰ-ਬਾਰ ਐਂਟੀਬਾਇਓਟਿਕ ਖਾ ਲਏ, ਅਗਲੇ ਮਹੀਨੇ ਫਿਰ ਇਨਫੈਕਸ਼ਨ ਹੋ ਗਿਆ, ਫਿਰ ਐਂਟੀਬਾਇਓਟਿਕ ਖਾ ਲਏ। ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪੱਕਾ ਉਹਦਾ ਇਲਾਜ ਹੋਣਾ ਚਾਹੀਦਾ ਨਾ। ਕਿਉਂ ਇਨਫੈਕਸ਼ਨ ਹੁੰਦਾ? ਇੱਕ ਤੇ ਪਾਣੀ ਨਾ ਪੀਣੇ ਨਾਲ, ਇੱਕ ਤੁਹਾਡਾ ਡਿਫੈਂਸ ਜਿਹੜਾ ਬਾਡੀ ਦਾ ਉਹ ਵੀਕ ਹੋ ਜਾਂਦਾ ਜੀ। ਹੁਣ ਅਗਰ ਦੇਖਿਆ ਹੈ ਕਿ ਤੁਹਾਨੂੰ ਫਲੂ ਲੱਗ ਗਿਆ, ਦੂਜੇ ਬੰਦੇ ਨੂੰ ਨਹੀਂ ਲੱਗਾ ਤੇ ਉਹਦੀ ਕੀ ਵਜ੍ਹਾ? ਕਿਉਂਕਿ ਤੁਹਾਡਾ ਇਮਿਊਨ, ਜਿਹਨੂੰ ਨਹੀਂ ਲੱਗਾ ਉਹਦਾ ਇਮਿਊਨ ਸਿਸਟਮ ਸਟਰੋਂਗ ਹੈ। ਹੁਣ ਕਈਆਂ ਨੂੰ ਕੋਵਿਡ ਹੋਇਆ, ਕਈਆਂ ਨੂੰ ਨਹੀਂ ਹੋਇਆ। ਕੋਵਿਡ ਨਾ ਹੋਣੇ ਦੀ ਵਜ੍ਹਾ ਇਹ ਕਿ ਉਹਨਾਂ ਦਾ ਇਮਿਊਨ ਸਿਸਟਮ, ਬਾਡੀ ਦਾ ਡਿਫੈਂਸ ਜਿਹੜਾ ਉਹਨੂੰ ਸਟਰੋਂਗ ਕੀਤਾ ਜਾਂਦਾ ਹੈ। ਜਿਹੜੀ ਵੈਕਸੀਨ ਵੀ ਲਾਈ ਜਾਂਦੀ ਉਹ ਤੁਹਾਡੇ ਬਾਡੀ ਦੀ ਜਿਹੜੀ ਐਂਟੀਬਾਇਓਟਿਕਸ ਹੈ ਉਹਨਾਂ ਨੂੰ ਵਧਾਇਆ ਜਾਂਦਾ, ਤੁਹਾਡਾ ਡਿਫੈਂਸ ਨੂੰ ਸਟਰੋਂਗ ਕੀਤਾ ਜਾਂਦਾ ਤਾਂ ਕਿ ਤੁਸੀਂ ਅਗਰ ਕੋਵਿਡ ਤੁਹਾਨੂੰ ਹੋ ਜਾਏ ਜਾਂ ਕੋਈ ਵੀ ਵਾਇਰਸ ਹੋ ਜਾਏ, ਬੈਕਟੀਰੀਆ ਹੋ ਜਾਏ, ਉਹਦੀ ਤੁਸੀਂ ਡਿਫੈਂਸ ਕਰ ਸਕੋ। ਤੇ ਹੋਮਿਓਪੈਥਿਕ ਦਾ ਜਿਹੜਾ ਅਸੂਲ ਹੈ ਉਹ ਇਹ ਹੀ ਹੈ ਕਿ ਤੁਹਾਡਾ ਇਮਿਊਨ ਸਿਸਟਮ, ਤੁਹਾਡਾ ਡਿਫੈਂਸ ਸਿਸਟਮ ਨੂੰ ਠੀਕ ਕੀਤਾ ਜਾਂਦਾ, ਉਹਦੇ ਨਾਲ ਤੁਸੀਂ ਮੁਕੰਮਲ ਇਲਾਜ ਹੋ ਜਾਂਦਾ ਤੁਹਾਡਾ ਜੀ। ਔਰ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਜੋੜਾਂ ਦੇ ਦਰਦ ਦਾ ਇਲਾਜ ਦੱਸਿਆ, ਗਠੀਏ ਦਾ ਇਲਾਜ ਦੱਸਿਆ, ਇੱਕ ਹੋਰ ਚੀਜ਼ ਧਿਆਨ ਵਿੱਚ ਆਉਂਦੀ ਹੈ ਕਿ ਜੋ ਪਿੰਨੀ ਹੁੰਦੀ ਜਿਹਨੂੰ ਅਸੀਂ ਕਹਿੰਦੇ ਆ, ਇਹਦੇ ਵਿੱਚ ਇੱਕ ਨਾੜ ਜੀ ਚੜ੍ਹਦੀ ਜਿਹਨੂੰ ਕੜਲ ਕਹਿੰਦੇ ਨੇ, ਉਹ ਸੁੱਤੇ ਵੇਲੇ ਇੱਕ ਅਜੀਬ ਤਰ੍ਹਾਂ ਦਾ ਇੱਕ ਦਰਦ ਜਿਹਾ ਉੱਠਦਾ ਔਰ ਬੰਦਾ ਕਹਿੰਦਾ ਵੀ ਪਤਾ ਨਹੀਂ ਇਹਦਾ ਕਿੱਦਾਂ ਹੋਏਗਾ ਇਲਾਜ, ਉਹਦਾ ਕੀ ਇਲਾਜ ਹੈ? ਉਹਨੂੰ ਅੰਗਰੇਜ਼ੀ 'ਚ ਕ੍ਰੈਂਪਸ ਕਹਿੰਦੇ ਨੇ, ਪੰਜਾਬੀ 'ਚ ਕੜਲ ਕਹਿੰਦੇ ਨੇ। ਉਹ ਤੁਹਾਡਾ ਮਸਲ ਬਹੁਤ ਖਿੱਚ ਜਾਂਦਾ, ਉਹਦੀ ਵੀ ਇੱਕ ਵਜ੍ਹਾ ਹੁੰਦੀ ਹੈ ਮੇਜਰ, ਜਿਹੜੀ ਕਿ ਪਾਣੀ ਨਾ ਪੀਣੇ ਦੀ ਵਜ੍ਹਾ ਨਾਲ ਤੁਹਾਡੀ ਬਾਡੀ ਜਿਹੜੀ ਹੈ ਡੀਹਾਈਡਰੇਟ ਹੋ ਜਾਂਦੀ ਹੈ। ਬਾਡੀ ਸਾਡੀ ਤਕਰੀਬਨ 70% ਤੋਂ ਜ਼ਿਆਦਾ ਵਾਟਰ ਹੈ ਔਰ ਅਗਰ ਤੁਸੀਂ ਪਾਣੀ ਬਾਡੀ 'ਚ ਘਟੇਗਾ ਤੇ ਤੁਹਾਡੇ ਬਹੁਤ ਸਾਰੇ ਫੰਕਸ਼ਨ ਇਫੈਕਟ ਹੁੰਦੇ ਨੇ। ਔਰ ਦੂਸਰੇ ਜਿਹੜੇ ਤੁਹਾਡੇ ਮਿਨਰਲਸ ਜਿਹੜੇ ਹੁੰਦੇ ਨੇ, ਕੈਲਸ਼ੀਅਮ, ਮੈਗਨੀਜ਼ੀਅਮ, ਪੋਟੈਸ਼ੀਅਮ, ਜਿਹੜੇ ਤੁਹਾਡੇ ਬਹੁਤ ਜ਼ਰੂਰੀ ਹੁੰਦੇ ਨੇ ਔਰ ਇਹ ਸਾਰੇ ਦੁੱਧ ਵਿੱਚ ਹੁੰਦੇ ਨੇ ਜ਼ਿਆਦਾ ਔਰ ਸਬਜ਼ੀਆਂ 'ਚ ਵੀ ਹੁੰਦੇ ਆ, ਲੇਕਿਨ ਦੁੱਧ ਵਿੱਚ ਜ਼ਿਆਦਾ ਹੁੰਦੇ ਆ। ਔਰ ਦੇਖਿਆ ਗਿਆ ਕਿ ਇੱਥੇ ਲੋਕ ਦੁੱਧ ਪੀਣਾ ਛੱਡ ਗਏ ਨੇ। ਮਤਲਬ ਦੁੱਧ ਜਿਹੜਾ ਉਹ ਬਹੁਤ ਹੀ ਮੁਕੰਮਲ ਗਿਜ਼ਾ ਹੈ। ਦੁੱਧ ਦਾ ਗਲਾਸ ਰੋਜ਼ ਪੀਣਾ ਚਾਹੀਦਾ ਜੀ। ਫਰੂਟ ਵੈਜੀਟੇਬਲ ਵੀ ਖਾਣੇ ਚਾਹੀਦੇ ਹੈ ਜੀ। ਔਰ ਅਗਰ ਆਪਣੇ ਇੰਨਾ ਤੁਸੀਂ ਨਹੀਂ ਖਾ ਸਕਦੇ ਫਰੂਟ ਵੈਜੀਟੇਬਲ, ਤੇ ਤੁਸੀਂ ਵਿਟਾਮਿਨ ਹੁੰਦੇ ਨੇ, ਜੁਆਇੰਟ ਫਾਰਮੂਲਾ ਹੈ ਜਾਂ ਬਾਇਓਟੋਨਿਕ ਹੈ ਸਾਡਾ ਬਹੁਤ ਵਧੀਆ, ਜਿਹੜਾ ਕਿ ਮਸਲ ਕ੍ਰੈਂਪਸ ਵਾਸਤੇ, ਤੁਹਾਡੇ ਨਰਵਸ ਸਿਸਟਮ ਵਾਸਤੇ, ਇਹ ਜਿਹੜੀਆਂ ਚੀਜ਼ਾਂ ਦੀ ਕਮੀ ਹੋ ਜਾਂਦੀ ਹੈ ਬਾਡੀ 'ਚ, ਉਹਨੂੰ ਪੂਰਾ ਕੀਤਾ ਜਾਏ ਜੀ। ਔਰ ਅਗੇਨ ਪਾਣੀ ਦਾ ਇਸਤੇਮਾਲ ਬਹੁਤ ਜ਼ਰੂਰੀ ਹੈ।
ਸਮਝ ਗਏ ਨਾ। ਔਰ ਵਾਕ ਵਗੈਰਾ ਥੋੜੀ ਬਹੁਤ ਐਕਸਰਸਾਈਜ਼ ਵੀ, ਇੱਕ ਜਗ੍ਹਾ ਬਹਿ ਕੇ ਵੀ ਤੁਹਾਡੀ ਸਰਕੂਲੇਸ਼ਨ ਨਹੀਂ ਹੁੰਦੀ ਜੀ। ਜਿਵੇਂ ਤੁਸੀਂ ਤਕਰੀਬਨ ਹਰ ਇਲਾਜ ਲਈ ਪਾਣੀ ਤੁਸੀਂ ਜ਼ਰੂਰ ਰਿਕਮੈਂਡ ਕਰ ਰਹੇ ਹੋ, ਇਹਦਾ ਮਤਲਬ ਕਿ ਅਸੀਂ ਪਾਣੀ ਵਾਕਈ ਘੱਟ ਪੀਂਦੇ ਹਾਂ ਔਰ ਪਾਣੀ ਦੇ ਨਾਲ ਕਾਫੀ ਚੀਜ਼ਾਂ ਦਾ ਇਲਾਜ ਹੋ ਸਕਦਾ ਹੈ। ਜੀ ਬਿਲਕੁਲ, ਹਾਂ ਜੀ ਬਿਲਕੁਲ। ਔਰ ਪਾਣੀ ਨਾ ਪੀ ਕੇ ਇੰਨੇ ਪ੍ਰੋਬਲਮ ਹੋ ਜਾਂਦੇ ਆ ਜਿਹਦੇ ਕਿ ਤੁਸੀਂ ਦਵਾਈਆਂ ਖਾਣੀਆਂ ਪੈਂਦੀਆਂ ਨੇ। ਅਗਰ ਤੁਸੀਂ ਪਾਣੀ ਪੀਣਾ ਸ਼ੁਰੂ ਕਰ ਦਿਓ ਤੁਹਾਡੇ ਉਹ ਪ੍ਰੋਬਲਮ ਹੀ ਨਾ ਹੋਣ ਜੀ। ਔਰ ਕਿਡਨੀ ਸਟੋਨ, ਗਾਲ ਬਲੈਡਰ ਸਟੋਨ ਹੁੰਦਾ, ਪਿੱਤੇ ਦਾ ਜਿਹੜਾ ਪੱਥਰ ਹੋ ਜਾਂਦਾ ਹੈ, ਕਿਡਨੀ 'ਚ ਸਟੋਨ ਹੋ ਜਾਂਦੇ ਨੇ। ਤੇ ਇਹ ਤੁਹਾਡਾ ਪੂਰਾ ਅੰਦਰ ਦਾ ਜਿਹੜਾ ਪਲੰਬਿੰਗ ਸਿਸਟਮ ਹੈ ਨਾ, ਜਿਸ ਤਰ੍ਹਾਂ ਤੁਹਾਡੀ ਪਾਈਪਿੰਗ ਜਿਹੜੀ ਹੈ ਉਹ ਕਲੌਗ ਹੋ ਜਾਂਦੀ ਹੈ। ਤੁਸੀਂ ਪਾਣੀ ਪੀਂਦੇ ਹੋ ਤੇ ਤੁਹਾਡਾ ਉਹ ਸਾਰਾ ਸਿਸਟਮ ਕਲੀਨ ਹੁੰਦਾ ਹੈ, ਤੁਹਾਡੇ ਟੌਕਸਿਨ ਜਿਹੜੇ ਨੇ ਬਾਡੀ 'ਚੋਂ ਨਿਕਲਦੇ ਆ। ਤੁਸੀਂ ਯੂਰਿਨ ਕਰੋ, ਤੁਸੀਂ ਲੈਟਰਿਨ ਕਰਦੇ ਹੋ, ਤੁਸੀਂ ਪਾਣੀ ਪੀਂਦੇ ਹੋ ਤੇ ਟੌਕਸਿਨ ਨਿਕਲਦੇ ਨੇ ਤੇ ਉਹ ਬਾਡੀ 'ਚ ਇਕੱਠੇ ਨਹੀਂ ਹੁੰਦੇ ਜੀ। ਯੂਰਿਕ ਐਸਿਡ ਹੈ ਉਹ ਵੀ ਇਕੱਠਾ ਹੋ ਕੇ ਜੋੜਾਂ 'ਚ ਜੰਮ ਜਾਂਦਾ, ਤੁਹਾਨੂੰ ਦਰਦ ਹੁੰਦਾ ਜੀ। ਤੇ ਇਹ ਚੀਜ਼ਾਂ ਕਰਨੇ ਨਾਲ ਤੁਸੀਂ ਥੋੜਾ ਜਿਹਾ ਆਪਣੇ ਹੈਲਥ ਵਾਸਤੇ ਟਾਈਮ ਕੱਢਣਾ ਚਾਹੀਦਾ ਔਰ ਆਪਣਾ ਟੇਕ ਕੇਅਰ ਕਰਨਾ ਚਾਹੀਦਾ ਜੀ ਜੀ। ਔਰ ਡਾਕਟਰ ਸਾਹਿਬ, ਲੇਡੀਜ਼ ਵਿੱਚ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਫੇਸ ਤੇ ਛਾਈਆਂ ਦੀ ਪ੍ਰੋਬਲਮ ਬੜੀ ਹੈ ਜੀ। ਕਾਫੀ ਲੇਡੀਜ਼ ਇਸ ਬਾਰੇ ਪੁੱਛਦੀਆਂ ਵੀ ਨੇ ਔਰ ਕਾਫੀ ਇਲਾਜ ਵੀ ਚੱਲ ਰਿਹਾ ਹੁੰਦਾ, ਇਹਦੇ ਬਾਰੇ ਕੋਈ ਪੱਕਾ ਸੋਲੂਸ਼ਨ ਜਾਂ ਕੋਈ ਐਸਾ ਲੱਭਦਾ ਨਹੀਂ ਕਿਸੇ ਨੂੰ ਜੀ। ਉਹ ਦੇਖੋ, ਅਕਸਰ ਔਰਤਾਂ ਜਿਹੜੀਆਂ ਨੇ ਪਾਰਲਰ ਜਾ ਕੇ ਫੇਸ਼ੀਅਲ ਕਰਾ ਕੇ ਕਰੀਮਾਂ ਡਾਕਟਰਾਂ ਕੋਲ ਲੈ ਕੇ ਉਹ ਸਕਿਨ ਹੀ ਉਤਰ ਜਾਂਦੀ ਹੈ, ਉਹ ਤੋਂ ਕਰੀਮਾਂ ਲਾ ਕੇ ਉਹ ਇੰਨੀ ਸੈਂਸਿਟਿਵ ਹੋ ਜਾਂਦੀ ਹੈ ਐਲੋਪੈਥਿਕ ਦੀ ਜਿਹੜੀ ਡਾਕਟਰ ਇਲਾਜ ਕਰਦੇ ਹੈ। ਦੇਖੋ, ਹੋਮਿਓਪੈਥਿਕ ਹਰਬਲ ਦਾ ਫਿਰ ਅਸੀਂ ਕਹਿੰਦੇ ਹਾਂ ਕਿ ਅੰਦਰੋਂ ਡਾਕਟਰ ਸਾਹਿਬ ਇੱਕ ਕਾਲ ਆ ਰਹੀ, ਪਹਿਲੇ ਅਸੀਂ ਕਾਲ ਲੈ ਲਈਏ ਜੀ। ਜ਼ਰੂਰ। ਹੈਲੋ ਹੈਲੋ ਜੀ, ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਹੇ ਹੋ ਜੀ? ਰਾਜਕੁਮਾਰ ਫਰਮ ਵਰਜੀਨੀਆ ਜੀ। ਰਾਜਕੁਮਾਰ ਜੀ, ਕੀ ਹਾਲ ਹੈ ਜੀ? ਹਾਂ ਠੀਕ ਹੈ ਜੀ, ਮੇਰੇ ਡਾਕਟਰ ਸਾਹਿਬ ਨਾਲ ਗੱਲ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ। ਰਾਜਕੁਮਾਰ ਜੀ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਚੜ੍ਹਦੀ ਕਲਾ ਜੀ। ਡਾਕਟਰ ਸਾਹਿਬ ਤੁਹਾਡਾ ਆਸ਼ੀਰਵਾਦ ਹੈ ਜੀ। ਬਹੁਤ ਦੁਆਵਾਂ ਜੀ, ਯਾਦ ਰੱਖਿਆ ਕਰੋ, ਆਪਣਾ ਸਿਹਤ ਦਾ ਖਿਆਲ ਰੱਖੋ। ਹੋਰ ਕੀ ਕੁਐਸਚਨ ਹੈ ਤੁਹਾਡਾ, ਕੀ ਕਹਿਣਾ ਚਾਹੋਗੇ ਤੁਸੀਂ ਆਪਣੇ? ਮੇਰੀ ਬੇਨਤੀ ਇਹ ਹੈ ਜੀ ਕਿ ਮੈਂ ਕੱਲ ਦਵਾਈ ਦੱਸੀ ਸੀ ਜੀ ਤੇ ਅੱਜ ਡਿਸਪੈਚ ਹੋ ਗਈ ਥੋੜੀ, ਮੇਰਾ ਖਿਆਲ ਜੀ ਬਿਲਕੁਲ ਹਾਂ ਜੀ। ਮੈਨੂੰ ਪਤਾ ਤੁਹਾਡਾ ਜੀ ਬੜੇ ਪੰਕਚੁਅਲ ਹੋ ਜੀ ਬਿਲਕੁਲ ਹਾਂ ਜੀ। ਥੈਂਕ ਯੂ ਵੈਰੀ ਮਚ। ਹਾਂ ਜੀ, ਯੂ ਵੈਲਕਮ। ਦੁਆਵਾਂ ਜੀ ਯਾਦ ਰੱਖਿਆ ਕਰੋ, ਆਪਣਾ ਟੇਕ ਕੇਅਰ ਕਰਦੇ ਰਿਹਾ ਕਰੋ। ਥੈਂਕ ਯੂ ਰਾਜਕੁਮਾਰ ਜੀ, ਮਿਹਰਬਾਨੀ। ਓਕੇ ਜੀ ਥੈਂਕ ਯੂ, ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਬਿਲਕੁਲ ਜਿਸ ਤਰ੍ਹਾਂ ਦੇਖੋ ਉਹ ਕਹਿ ਰਹੇ ਸਨ ਕਿ ਤੁਸੀਂ ਦਵਾਈ ਕਰ ਦਿੱਤੀ ਹੋਏਗੀ ਔਰ ਕਾਫੀ ਲੋਕ ਤੁਹਾਡੇ ਤੋਂ ਜੋ ਦਵਾਈਆਂ ਮੰਗਵਾਉਂਦੇ ਨੇ। ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਤੁਸੀਂ ਡਾਕਟਰ ਸਾਹਿਬ ਨਾਲ ਜੋ ਨੰਬਰ ਸਕਰੀਨ ਤੇ ਆ ਰਿਹਾ ਹੈ, ਇਹ 'ਤੇ ਕਾਲ ਕਰਕੇ ਸਾਰਾ ਆਪਣਾ ਇਲਾਜ ਕਰਵਾ ਸਕਦੇ ਹੋ ਔਰ ਫੋਨ 'ਤੇ ਹੀ ਸਾਰਾ ਇਲਾਜ ਡਾਕਟਰ ਸਾਹਿਬ ਕਰਦੇ ਨੇ। ਦਵਾਈ ਵੀ ਤੁਹਾਨੂੰ ਮੇਲ ਕਰ ਦਿੰਦੇ ਨੇ, ਕਿਤੇ ਵੀ ਤੁਸੀਂ ਬੈਠੇ ਹੋ ਦਵਾਈ ਉੱਥੇ ਪਹੁੰਚ ਜਾਂਦੀ ਹੈ ਜੀ। ਡਾਕਟਰ ਸਾਹਿਬ, ਜੋ ਆਪਾਂ ਗੱਲ ਕਰ ਰਹੇ ਸਾਂ, ਫਿਰ ਆਪਾਂ ਉਸ ਮੁੱਦੇ 'ਤੇ ਆਉਂਦੇ ਹਾਂ ਜੀ। ਕੀ ਕਰ ਰਹੇ ਸੀ? ਕਿਡਨੀ ਸਟੋਨ ਦਾ ਕਰ ਰਹੇ ਸੀ ਜੀ। ਪਾਣੀ ਦਾ ਇਸਤੇਮਾਲ ਜਿਹੜਾ ਨਾ, ਦੇਖੇ ਤੁਹਾਡਾ ਜਿਹੜਾ ਪਾਣੀ ਦਾ ਇਸਤੇਮਾਲ ਨਾ ਕਰਕੇ ਇੰਨੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜੀ। ਤੁਸੀਂ ਪਾਣੀ ਪੀ ਕੇ ਉਹ ਬਿਮਾਰੀਆਂ ਤੋਂ ਬਚ ਜਾਂਦੇ ਹੋ, ਤੁਸੀਂ ਐਂਟੀਬਾਇਓਟਿਕ ਤੋਂ ਬਚ ਜਾਂਦੇ ਹੋ। ਛਾਈਆਂ ਦੀ ਵੀ ਆਪਾਂ ਗੱਲ ਕਰ ਰਹੇ ਹਾਂ। ਛਾਈਆਂ ਦੀ, ਹਾਂ ਬਿਲਕੁਲ। ਉਹਦੇ ਵਾਸਤੇ ਤੇ ਨੈਕਸਟ ਟਾਈਮ ਅਸੀਂ ਪੂਰਾ ਪ੍ਰੋਗਰਾਮ ਕਰਾਂਗੇ ਛਾਈਆਂ ਤੇ ਫਿਲਹਾਲ ਜਿਹੜਾ ਉਹ ਅਸੀਂ ਕੁਝ ਤੁਹਾਨੂੰ ਰეკਮੈਂਡ ਕਰਾਂਗੇ ਕਰੀਮ, ਲੇਕਿਨ ਇੰਟਰਨਲ ਦਵਾਈਆਂ ਅਸੀਂ ਦਿੰਦੇ ਹਾਂ। ਵਜ੍ਹਾ ਦੇਖਦੇ ਹਾਂ, ਜਿਹਦੀ ਇੱਕ ਵੱਡੀ ਵਜ੍ਹਾ ਲਿਕੋਰੀਆ ਦਾ ਪ੍ਰੋਬਲਮ। ਉਹਦੇ ਨਾਲ ਜਿਹੜਾ ਔਰਤਾਂ ਦੀ ਬਹੁਤ ਜ਼ਿਆਦਾ ਐਨਰਜੀ ਵੇਸਟ ਹੋ ਜਾਂਦੀ ਹੈ, ਬਹੁਤ ਨਿਊਟਰੀਐਂਟਸ ਜਿਹੜੇ ਜ਼ਾਇਆ ਹੋ ਜਾਂਦੇ ਨੇ, ਬੈਕ 'ਚ ਵੀ ਦਰਦ ਹੁੰਦਾ ਹੈ, ਛਾਈਆਂ 'ਚ ਸਕਿਨ ਵੀ ਖਰਾਬ ਹੋ ਜਾਂਦੀ ਹੈ ਤੇ ਉਹਦਾ ਬਹੁਤ ਅੱਛਾ ਇਲਾਜ ਹੈ। ਤੇ ਨੈਕਸਟ ਟਾਈਮ ਫਿਰ ਅਸੀਂ ਡਿਟੇਲ ਨਾਲ ਗੱਲ ਕਰਾਂਗੇ ਜੀ। ਡਾਕਟਰ ਸਾਹਿਬ, ਹੁਣ ਸਮਾਂ ਇੱਥੇ ਹੀ ਸਾਨੂੰ ਹੋ ਰਿਹਾ ਕਿ ਸਾਨੂੰ ਪ੍ਰੋਗਰਾਮ ਨੂੰ ਇੱਥੇ ਸਮੇਟਣਾ ਪਏਗਾ। ਗੱਲਾਂ ਬਹੁਤ ਸੀ, ਮਨ ਦੇ ਵਿੱਚ ਬਹੁਤ ਸਾਰੇ ਸਵਾਲ ਸੀ, ਲੇਕਿਨ ਅਸੀਂ ਫਿਰ ਅਗਲੀ ਵਾਰ ਇਹ ਸਾਰਾ ਕੁਝ ਕਰਾਂਗੇ। ਔਰ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਜਸ ਪੰਜਾਬੀ ਦੇ ਸਟੂਡੀਓ ਆਏ ਔਰ ਸਾਨੂੰ ਬਹੁਤ ਅੱਛੀ ਜਾਣਕਾਰੀ ਦਿੱਤੀ। ਤੁਹਾਡਾ ਵੀ ਥੈਂਕ ਯੂ, ਹਰ ਹਫਤੇ ਤੁਸੀਂ ਟਾਈਮ ਕੱਢਦੇ ਹੋ ਸਾਡੇ ਵਾਸਤੇ ਜੀ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਔਰ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਇਹ ਪ੍ਰੋਗਰਾਮ ਜੋ ਹੈ ਡਾਕਟਰ ਸਾਹਿਬ ਹਰ ਵੀਰਵਾਰ ਨੂੰ ਲੈ ਕੇ ਆਉਂਦੇ ਨੇ। ਤੁਸੀਂ ਇਹ ਕਾਲ ਕਰਕੇ ਵੀ ਇੱਥੇ ਆਪਣਾ ਜੋ ਹੈ ਮਾਲੂਮਾਤ ਲੈ ਸਕਦੇ ਹੋ। ਔਰ ਕੱਲ ਮਿਲਾਂਗੇ ਇੱਕ ਨਵੀਂ ਸੋਚ ਦੇ ਨਾਲ, ਇੱਕ ਨਵੇਂ ਗੈਸਟ ਦੇ ਨਾਲ। ਹੁਣ ਵਿਕਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।